ਸਭ ਤੋਂ ਸ੍ਰੇਸ਼ਟ ਕਿਸ਼ਤੀ। ਇੱਕ ਰਾਜਾ ਨੇ ਦੂਰ ਤੱਕ ਖਬਰ ਫੈਲਾਈ, ਜੋ ਧਰਮ ਸਭ ਤੋਂ ਸ੍ਰੇਸ਼ਟ ਹੋਏਗਾ ਉਸ ਨੂੰ ਸਵੀਕਾਰ ਕਰ ਲਵਾਂਗਾ। ਬਹੁਤ ਪੰਡਿਤ ਆਏ, ਸਮਝਾਉਣ ਲੱਗੇ ਕਿ ਸਾਡਾ ਧਰਮ ਸ੍ਰੇਸ਼ਟ ਹੈ। ਉਹ ਵਾਦ ਵਿਵਾਦ ਕਰਦੇ, ਇੱਕ ਦੂਜੇ ਨੂੰ ਹਰਾਉਂਦੇ, ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ। ਪਰ ਰਾਜੇ ਦੇ ਸਾਹਮਣੇ ਸਿੱਧ ਨਾ ਹੋਇਆ ਕਿ ਕਿਹੜਾ ਧਰਮ ਸਭ ਤੋਂ ਸ੍ਰੇਸ਼ਟ ਹੈ। ਰਾਜਾ ਅਧਾਰਮਿਕ ਜੀਵਨ ਜਿਉਣ ਲੱਗਾ। ਉਸਨੇ ਕਿਹਾ, ਜਿਸ ਦਿਨ ਸਰਵ ਸ੍ਰੇਸ਼ਟ ਧਰਮ ਉਪਲਬਧ ਹੋ ਜਾਵੇਗਾ ਉਸ ਦਿਨ ਧਰਮ ਸਵੀਕਾਰ ਕਰਾਂਗਾ। ਰਾਜਾ ਸਭ ਦੀਆਂ ਤਰਕ ਦਲੀਲਾਂ ਸੁਣਦਾ, ਦੂਸਰਿਆਂ ਨੂੰ ਆਮੰਤਰਿਤ ਕਰਦਾ, ਉਹਨਾਂ ਦੇ ਵਿਚਾਰ ਸੁਣਦਾ। ਇਸ ਤਰ੍ਹਾਂ ਜੀਵਨ ਬੀਤਦਾ ਗਿਆ। ਪਰ ਦਲੀਲਾਂ ਨਾਲ ਜੀਵਨ ਬਿਤਾਉਣਾ ਕੋਈ ਮੁਸ਼ਕਿਲ ਨਹੀਂ। ਰਾਜਾ ਫਿਰ ਬੁੱਢਾ ਹੋਣ ਲੱਗਾ ਅਤੇ ਘਬਰਾ ਗਿਆ ਕਿ ਹੁਣ ਕੀ ਹੋਊ। ਅਧਾਰਮਿਕ ਜੀਵਨ ਤਕਲੀਫ ਦੇਣ ਲੱਗਾ। ਪਰ ਜਦੋਂ ਸ੍ਰੇਸ਼ਟ ਧਰਮ ਨਾ ਮਿਲਿਆ, ਉਹ ਧਰਮ ਦੇ ਰਾਹ ਤੇ ਕਿਵੇਂ ਚੱਲੇ? ਅਖੀਰ ਇੱਕ ਫਕੀਰ ਉਸਦੇ ਦੁਆਰ ਆਇਆ। ਫਕੀਰ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਤੁਸੀਂ ਪੀੜਤ ਹੋ, ਤੁਹਾਡਾ ਚਿਹਰਾ ਦੱਸ ਰਿਹਾ। ਰਾਜਾ ਨੇ ਕਿਹਾ, ਮੈਂ ਸਰਵ ਸ੍ਰੇਸ਼ਟ ਧਰਮ ਦੀ ਖੋਜ ਵਿੱਚ ਹਾਂ। ਫਕੀਰ ਨੇ ਕਿਹਾ, ਸਰਵ ਸ੍ਰੇਸ਼ਟ ਧਰਮ? ਕੀ ਬਹੁਤ ਧਰਮ ਹੁੰਦੇ ਨੇ ਦੁਨੀਆ ਵਿੱਚ ਕਿ ਚੰਗੇ ਮਾੜੇ ਧਰਮ ਦਾ ਸਵਾਲ ਉੱਠੇ? ਕੋਈ ਧਰਮ ਬੁਰਾ, ਕੋਈ ਧਰਮ ਚੰਗਾ, ਇਹ ਤਾਂ ਹੁੰਦਾ ਹੀ ਨਹੀਂ। ਰਾਜਾ ਬੋਲਿਆ, ਲੇਕਿਨ ਮੇਰੇ ਕੋਲ ਜਿੰਨੇ ਲੋਕ ਆਏ ਉਹਨਾਂ ਨੇ ਕਿਹਾ ਸਾਡਾ ਧਰਮ ਸਰਵ ਸ੍ਰੇਸ਼ਟ ਹੈ। ਫਕੀਰ ਨੇ ਕਿਹਾ, ਜ਼ਰੂਰ, ਉਹਨਾਂ ਨੇ ਧਰਮ ਦੇ ਨਾਂ ਤੇ ਆਪਣੇ ਆਪ ਨੂੰ ਸ੍ਰੇਸ਼ਟ ਕਿਹਾ ਹੋਵੇਗਾ। ਉਹਨਾਂ ਦਾ ਅਹੰਕਾਰ ਬੋਲਿਆ ਹੋਵੇਗਾ। ਧਰਮ ਤਾਂ ਇੱਕ ਹੈ, ਅਹੰਕਾਰ ਅਨੇਕ ਹਨ। ਜਦੋਂ ਕੋਈ ਧਰਮ ਦੇ ਰਾਸਤੇ ਰਾਹੀਂ ਬੋਲਦਾ ਹੈ ਤਾਂ ਸਮਝ ਲਈ ਕਿ ਉਹ ਧਰਮ ਦੇ ਪੱਖ ਵਿੱਚ ਨਹੀਂ, ਆਪਣੇ ਪੱਖ ਵਿੱਚ ਬੋਲ ਰਿਹਾ ਹੈ। ਜਿੱਥੇ ਪੱਖ ਹੈ ਉੱਥੇ ਧਰਮ ਨਹੀਂ। ਧਰਮ ਤਾਂ ਉੱਥੇ ਹੁੰਦੇ ਜਿੱਥੇ ਪੱਖ ਵਿਪੱਖ ਨਾ ਹੋਵੇ। ਪੱਖਪਾਤੀ ਮਨ ਧਾਰਮਿਕ ਨਹੀਂ ਹੋ ਸਕਦਾ। ਰਾਜਾ ਪ੍ਰਭਾਵਿਤ ਹੋਇਆ। ਉਸਨੇ ਕਿਹਾ, ਤਾਂ ਫਿਰ ਮੈਨੂੰ ਦੱਸੋ, ਮੈਂ ਕੀ ਕਰਾਂ? ਫਕੀਰ ਨੇ ਕਿਹਾ, ਆਓ ਨਦੀ ਦੇ ਦੂਸਰੇ ਪਾਸੇ ਚੱਲੀਏ, ਉੱਥੇ ਮੈਂ ਦੱਸਾਂਗਾ। ਦੋਵੇਂ ਨਦੀ ਦੇ ਕਿਨਾਰੇ ਪਹੁੰਚੇ। ਉੱਥੇ ਉਸ ਫਕੀਰ ਨੇ ਕਿਹਾ, ਤੁਹਾਡੀ ਰਾਜਧਾਨੀ ਦੀ ਸਰਵ ਸ੍ਰੇਸ਼ਟ ਕਿਸ਼ਤੀ ਵਿੱਚ ਬੈਠ ਕੇ ਦੂਸਰੇ ਪਾਸੇ ਜਾਵਾਂਗੇ। ਰਾਜਾ ਬੋਲਿਆ, ਠੀਕ ਹੈ। ਰਾਜੇ ਲਈ ਸਰਵ ਸ੍ਰੇਸ਼ਟ ਕਿਸ਼ਤੀ ਹੋਣੀ ਚਾਹੀਦੀ ਹੈ। 20-25 ਚੰਗੀਆਂ ਕਿਸ਼ਤੀਆਂ ਲਿਆਂਦੀਆਂ ਗਈਆਂ। ਉਹ ਸਵੇਰੇ ਗਏ ਸੀ, ਦੁਪਹਿਰ ਇਸੇ ਵਿੱਚ ਹੋ ਗਈ। ਸਾਰੀਆਂ ਕਿਸ਼ਤੀਆਂ ਖੜੀਆਂ ਸਨ। ਉਹ ਦੋਵੇਂ ਨਦੀ ਦੇ ਕਿਨਾਰੇ ਭੁੱਖੇ ਬੈਠੇ ਸਨ ਅਤੇ ਫਕੀਰ ਵੀ ਅਜੀਬ ਜਿਹਾ ਸੀ। ਹਰੇਕ ਕਿਸ਼ਤੀ ਵਿੱਚ ਦੋਸ਼ ਕੱਢਣ ਲੱਗਾ ਕਿ ਇਸ ਵਿੱਚ ਇਹ ਖਰਾਬੀ ਹੈ, ਇਸ ਤੇ ਦਾਗ ਲੱਗਾ ਹੈ, ਇਹ ਆਪਣੇ ਬੈਠਣ ਯੋਗ ਨਹੀਂ, ਇਸ ਵਿੱਚ ਕਿਵੇਂ ਬੈਠ ਸਕਦੇ ਹਾਂ, ਇਹ ਤਾਂ ਬਹੁਤ ਛੋਟੀ ਹੈ। ਸ਼ਾਮ ਹੋ ਗਈ। ਰਾਜਾ ਵੀ ਥੱਕ ਗਿਆ। ਸੂਰਜ ਛਿਪਣ ਲੱਗਾ। ਰਾਜਾ ਬੋਲਿਆ, ਕੀ ਬਕਵਾਸ ਲਗਾ ਰੱਖੀ ਹੈ? ਕੋਈ ਵੀ ਕਿਸ਼ਤੀ ਕੰਮ ਦੇ ਸਕਦੀ ਹੈ। ਜੇਕਰ ਕਿਸ਼ਤੀ ਪਸੰਦ ਨਹੀਂ ਤਾਂ ਨਦੀ ਵੀ ਕੋਈ ਵੱਡੀ ਨਹੀਂ, ਤੈਰ ਕੇ ਜਾਇਆ ਜਾ ਸਕਦਾ। ਕਦੋਂ ਦੇ ਦੂਸਰੇ ਪਾਸੇ ਪਹੁੰਚ ਗਏ ਹੁੰਦੇ। ਫਕੀਰ ਜਿਵੇਂ ਇਸ ਗੱਲ ਦੇ ਇੰਤਜ਼ਾਰ ਵਿੱਚ ਹੀ ਸੀ। ਉਹ ਬੋਲਿਆ, ਮੈਂ ਇਸੇ ਗੱਲ ਦੀ ਉਡੀਕ ਕਰ ਰਿਹਾ ਸੀ। ਤੁਹਾਨੂੰ ਉਮਰ ਭਰ ਇਹ ਖਿਆਲ ਨਹੀਂ ਆਇਆ ਕਿ ਧਰਮਾਂ ਦੀ ਉਡੀਕ ਕਿਉਂ ਕੀਤੀ ਜਾਵੇ? ਤੈਰ ਕੇ ਵੀ ਜਾਇਆ ਜਾ ਸਕਦਾ ਹੈ। ਸੱਚ ਤਾਂ ਇਹ ਹੈ ਕਿ ਧਰਮ ਕੋਈ ਕਿਸ਼ਤੀ ਨਹੀਂ, ਆਪ ਹੀ ਤੈਰਨਾ ਹੁੰਦਾ ਹੈ। ਜੋ ਆਦਮੀ ਇਹ ਕਹਿੰਦਾ ਹੈ ਕਿ ਧਰਮ ਦੀ ਕਿਸ਼ਤੀ ਹੁੰਦੀ ਹੈ, ਸਮਝ ਲਈ ਧਰਮ ਨਾਲ ਉਸਨੂੰ ਕੋਈ ਮਤਲਬ ਨਹੀਂ। ਉਹ ਕਿਸ਼ਤੀਆਂ ਦਾ ਵਪਾਰੀ ਹੋਵੇਗਾ। ਧਰਮ ਤਾਂ ਤੈਰ ਕੇ ਹੀ ਪਾਰ ਕਰਨਾ ਹੁੰਦਾ ਹੈ, ਉਹ ਵੀ ਇਕੱਲੇ। ਕੋਈ ਕਿਸੇ ਦੂਸਰੇ ਨੂੰ ਬਿਠਾ ਕੇ ਪਾਰ ਨਹੀਂ ਲੰਘਾ ਸਕਦਾ ਤੇ ਕੋਈ ਭੀੜ ਵੀ ਇੱਕ ਸਾਥ ਪਾਰ ਨਹੀਂ ਹੋ ਸਕਦੀ। ਹਰ ਵਿਅਕਤੀ ਨੇ ਵਿਅਕਤੀਗਤ ਤੌਰ ਤੇ ਪਾਰ ਹੋਣਾ ਹੁੰਦਾ ਹੈ। ਉਹ ਨਦੀ ਵਿੱਚ ਉਤਰੇ ਤੇ ਪਾਰ ਹੋ ਗਏ, ਲੇਕਿਨ ਚੰਗੀ ਕਿਸ਼ਤੀ ਦਾ ਇੰਤਜ਼ਾਰ ਤੇ ਭਾਲ ਵਿੱਚ ਸਾਰਾ ਦਿਨ ਵਿਅਰਥ ਹੋ ਗਿਆ। ਤੁਸੀਂ ਧਰਮਾਂ ਦੀ ਖੋਜ ਵਿੱਚ ਨਾ ਪੈਣਾ। ਧਿਆਨ ਰਹੇ, ਕਿਤੇ ਕੋਈ ਕਿਸ਼ਤੀ ਨਹੀਂ ਹੈ, ਖੁਦ ਹੀ ਤੈਰਨਾ ਪਵੇਗਾ ਅਤੇ ਕੋਈ ਦੂਸਰਾ ਤੁਹਾਨੂੰ ਤੈਰਾ ਨਹੀਂ ਸਕਦਾ। ਅਗਰ ਇਹ ਸਮਰਨ ਰਹੇ
ਤਾਂ ਜੀਵਨ ਦੀ ਸੰਧਿਆ ਤੱਕ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਪੂਰਾ ਜੀਵਨ ਵਿਅਰਥ ਨਹੀਂ ਹੋਏਗਾ। ਜੇਕਰ ਇਸ ਗੱਲ ਦਾ ਧਿਆਨ ਆ ਜਾਏ ਤਾਂ ਤੈਰਨਾ ਹੁਣੇ ਆ ਸਕਦਾ ਹੈ, ਇਸੇ ਪਲ। ਨਦੀ ਵੱਡੀ ਨਹੀਂ ਹੈ। ਨਦੀ ਹਰ ਛੋਟੇ ਤੋਂ ਛੋਟੇ ਆਦਮੀ ਤੋਂ ਵੀ ਛੋਟੀ ਹੈ। ਹਰ ਛੋਟੇ ਤੋਂ